ਡੀਅਰ ਸਟੂਡੈਂਟਸ, ਅੰਤਰਰਾਸ਼ਟਰੀ ਰਾਜਨੀਤੀ ਨਾਲ ਸੰਬੰਧਿਤ ਲਿਟਰੇਚਰ ਵਿੱਚ ਅਸੀਂ ਅਕਸਰ ਪੜ੍ਹਦੇ ਹਾਂ ਕਿ ਕਿਸੇ ਵਿਸ਼ੇਸ਼ ਸਮੇਂ ਤੇ ਵਿਸ਼ਵ ਇੱਕ ਧਰੁਵੀ ਹੈ, ਦੋ ਧਰੁਵੀ ਹੈ ਜਾਂ ਬਹੁ ਧਰੁਵੀ ਹੈ। ਇਸ ਕੁਐਸਚਨ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਇਹ ਧਰੁਵੀਕਰਨ ਕੀ ਹੁੰਦਾ ਹੈ, ਇੱਕ ਧਰੁਵੀਕਰਨ ਕੀ ਹੁੰਦਾ ਹੈ, ਦੋ ਧਰੁਵੀਕਰਨ ਕੀ ਹੁੰਦਾ ਹੈ ਅਤੇ ਬਹੁ ਧਰੁਵੀਕਰਨ ਕੀ ਹੁੰਦਾ ਹੈ। ਵਿਸ਼ਵ ਵਿਵਸਥਾ ਦੇ ਸੰਚਾਲਨ ਲਈ ਕੁਝ ਰਾਜ ਲੀਡਰ ਦੀ ਭੂਮਿਕਾ ਨਿਭਾਉਂਦੇ ਹਨ, ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਦੇ ਰਾਜ ਬਾਕੀ ਰਾਜਾਂ ਤੋਂ ਵੱਧ ਸ਼ਕਤੀਸ਼ਾਲੀ ਹੁੰਦੇ ਹਨ, ਵਿਸ਼ੇਸ਼ ਕਰਕੇ ਸੈਨਿਕ ਖੇਤਰ ਵਿੱਚ। ਜਾਂ ਅਸੀਂ ਕਹਿ ਸਕਦੇ ਹਾਂ ਕਿ ਸੈਨਿਕ ਤੌਰ ਤੇ ਸ਼ਕਤੀਸ਼ਾਲੀ ਰਾਜ ਵਿਸ਼ਵ ਦੇ ਵਿੱਚ ਲੀਡਰ ਰਾਜ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਚੁੰਬਕ ਦੀ ਸ਼ਕਤੀ ਉਸਦੇ ਪੋਲਸ ਤੇ ਜ਼ਿਆਦਾ ਹੁੰਦੀ ਹੈ, ਇਸ ਤਰ੍ਹਾਂ ਵਿਸ਼ਵ ਦੀ ਸ਼ਕਤੀ ਇਹਨਾਂ ਸ਼ਕਤੀ ਦੇ ਪੋਲਸ ਤੇ ਸ਼ਕਤੀਸ਼ਾਲੀ ਰਾਜਾਂ ਕੋਲ ਜ਼ਿਆਦਾ ਹੁੰਦੀ ਹੈ। ਬੇਸ਼ੱਕ ਰਾਜ ਹੋਰ ਵੀ ਹੁੰਦੇ ਹਨ, ਪਰੰਤੂ ਜ਼ਿਆਦਾ ਸ਼ਕਤੀਸ਼ਾਲੀ ਕੁਝ ਰਾਜ ਹੀ ਹੁੰਦੇ ਹਨ। ਇਹਨਾਂ ਜਿਹੜੇ ਸ਼ਕਤੀਸ਼ਾਲੀ ਰਾਜ ਹਨ, ਇਹਨਾਂ ਨੂੰ ਸ਼ਕਤੀ ਦੇ ਪੋਲਸ ਕਿਹਾ ਜਾਂਦਾ ਹੈ। ਇਹਨਾਂ ਦੀ ਸ਼ਕਤੀ ਬਾਕੀ ਰਾਜਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਪੂਰੀ ਵਰਲਡ ਪੋਲਿਟਿਕਸ ਨੂੰ ਇਹ ਕੰਟਰੋਲ ਕਰਦੇ ਹਨ। ਜੇਕਰ ਇਸ ਤਰ੍ਹਾਂ ਦੇ ਰਾਜਾਂ ਦੀ ਗਿਣਤੀ 2 ਤੋਂ ਵੱਧ ਹੋਵੇ, 4 ਹੋਵੇ, 5 ਹੋਵੇ, 3 ਹੋਵੇ, ਤਾਂ ਅਸੀਂ ਵਿਸ਼ਵ ਨੂੰ ਬਹੁ ਧਰੁਵੀ ਵਿਸ਼ਵ ਮੰਨਦੇ ਹਾਂ। ਜੇਕਰ ਇਸ ਤਰ੍ਹਾਂ ਦੇ ਰਾਜ 2 ਹੋਣ ਤਾਂ ਦੋ ਧਰੁਵੀ ਵਿਸ਼ਵ ਕਹਿੰਦੇ ਹਾਂ। ਜੇ ਇੱਕ ਹੀ ਇਸ ਤਰ੍ਹਾਂ ਦਾ ਰਾਜ ਹੋਵੇ ਜਿਹੜਾ ਪੂਰੇ ਵਰਲਡ ਦੀ ਪੋਲਿਟਿਕਸ ਨੂੰ ਰੈਗੂਲੇਟ ਕਰ ਰਿਹਾ ਹੋਵੇ, ਉਸ ਨੂੰ ਟੱਕਰ ਦੇਣ ਵਾਲਾ, ਚੈਲੰਜ ਦੇਣ ਵਾਲਾ ਕੋਈ ਹੋਰ ਰਾਜ ਨਾ ਹੋਵੇ ਉਸ ਦੇ ਬਰਾਬਰ ਦਾ, ਤਾਂ ਅਸੀਂ ਵਿਸ਼ਵ ਨੂੰ ਇੱਕ ਧਰੁਵੀ ਵਿਸ਼ਵ ਮੰਨਦੇ ਹਾਂ। ਪੋਲਰਾਈਜੇਸ਼ਨ ਜਾਂ ਧਰੁਵੀਕਰਨ ਦੀ ਪਰਿਭਾਸ਼ਾ ਓਸਗੁਡ ਅਤੇ ਟੱਕਰ ਨੇ ਦਿੱਤੀ ਹੈ ਕਿ ਧਰੁਵਾਂ ਤੋਂ ਸਾਡਾ ਭਾਵ ਹੈ ਸੈਨਿਕ ਸ਼ਕਤੀ ਦੇ ਕੇਂਦਰਾਂ ਤੋਂ, ਭਾਵੇਂ ਉਹ ਵਿਅਕਤੀਗਤ ਰਾਜ ਹੋਣ ਜਾਂ ਰਾਜਾਂ ਦੇ ਗੁੱਟ ਹੋਣ, ਜਿਹੜੇ ਵਿਸ਼ਵ ਦੇ ਵੱਡੇ ਹਿੱਸਿਆਂ ਵਿੱਚ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ, ਜਿਹੜੇ ਸੁਤੰਤਰ ਰੂਪ ਨਾਲ ਦੂਜੇ ਰਾਜਾਂ ਦੇ ਹਿੱਤਾਂ ਤੋਂ ਭਿੰਨ ਜ਼ਰੂਰੀ ਹਿੱਤਾਂ ਦੇ ਸਮਰਥਨ ਲਈ ਵਚਨਬੱਧ ਹੋਣ, ਅਤੇ ਜਿਹੜੇ ਦੂਸਰੇ ਕੇਂਦਰਾਂ ਉੱਪਰ ਨਿਰਭਰ ਨਾ ਰਹਿ ਕੇ ਖੁਦ ਯੁੱਧ ਕਰ ਸਕਦੇ ਹੋਣ, ਉਹਨਾਂ ਨੂੰ ਅਸੀਂ ਸ਼ਕਤੀ ਦੇ ਧਰੁਵ ਕਹਿੰਦੇ ਹਾਂ। Bipolar system we refer to the number of centers of military power, whether individual states or coalitions, which are capable of substantially affecting the balance of power in an extensive area of the world, which are independently committed to the support of vital interests distinct from the interests of other centers, and which therefore might go to war independently of other centers। ਸ਼ਕਤੀ ਦਾ ਧਰੁਵੀਕਰਨ ਬਦਲਦਾ ਰਹਿੰਦਾ ਹੈ। ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਯੂਰਪ ਦੇ ਰਾਜਾਂ ਦੇ ਵੱਡੇ ਸਾਮਰਾਜ ਸੀ, ਵੱਡੀਆਂ ਕਲੋਨੀਜ਼ ਸੀ ਉਹਨਾਂ ਦੀਆਂ। ਉੱਥੋਂ ਉਹਨਾਂ ਨੂੰ ਭਾਰੀ ਆਰਥਿਕ ਲਾਭ ਹੋ ਰਿਹਾ ਸੀ, ਉੱਥੋਂ ਉਹਨਾਂ ਨੂੰ ਸੈਨਾ ਲਈ ਮੈਨ ਪਾਵਰ ਮਿਲ ਰਹੀ ਸੀ। ਇਸ ਲਈ ਯੂਰਪ ਦੇ ਕਈ ਰਾਜ ਨੇ ਜਿਹੜੇ ਵੱਡੀਆਂ ਸ਼ਕਤੀਆਂ ਦੇ ਵਿੱਚ ਗਿਣੇ ਜਾਂਦੇ ਸੀ, ਜਿਵੇਂ ਫਰਾਂਸ, ਇਟਲੀ, ਜਰਮਨੀ, UK, ਪੁਰਤਗਾਲ, ਇਹ ਵੱਡੀਆਂ ਸ਼ਕਤੀਆਂ ਦੇ ਵਿੱਚ ਸ਼ਾਮਲ ਸੀ। ਇਸ ਤੋਂ ਬਿਨਾਂ USA ਅਤੇ USSR ਨੇ ਜਿਹੜੇ, ਇਹਨਾਂ ਨੂੰ ਵੀ ਵੱਡੀਆਂ ਸ਼ਕਤੀਆਂ ਦੇ ਵਿੱਚ ਗਿਣਿਆ ਜਾਂਦਾ ਸੀ। ਇਸ ਤਰ੍ਹਾਂ ਜਦੋਂ 5, 6, 7 ਸ਼ਕਤੀਆਂ ਇਸ ਤਰ੍ਹਾਂ ਦੀਆਂ ਹੋਣ ਜਿਨ੍ਹਾਂ ਨੂੰ ਵੱਡੀਆਂ ਸ਼ਕਤੀਆਂ ਦੇ ਵਿੱਚ, ਬਿਗ ਪਾਵਰਸ ਦੇ ਵਿੱਚ ਗਿਣਿਆ ਜਾਂਦਾ ਹੋਵੇ, ਤਾਂ ਉਸ ਸਮੇਂ ਦੇ ਵਿਸ਼ਵ ਨੂੰ ਅਸੀਂ ਬਹੁ ਧਰੁਵੀ ਵਿਸ਼ਵ ਕਹਿੰਦੇ ਹਾਂ। 1940 ਤੱਕ ਜਿਹੜਾ ਸ਼ਕਤੀ ਦਾ ਧਰੁਵੀਕਰਨ ਹੈ ਵਿਸ਼ਵ ਦੇ ਵਿੱਚ, ਉਹ ਮਲਟੀਪੋਲਰ ਵਰਲਡ ਦੇ ਰੂਪ ਦੇ ਵਿੱਚ ਰਿਹਾ, ਬਹੁ ਧਰੁਵੀਕਰਨ ਦੇ ਰੂਪ ਦੇ ਵਿੱਚ ਰਿਹਾ। ਸੈਕੰਡ ਵਰਲਡ ਵਾਰ ਦੇ ਦੌਰਾਨ ਯੂਰਪ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਯੂਰਪੀ ਰਾਜ ਨੇ ਜਿਹੜੇ, ਉਹਨਾਂ ਦੀਆਂ ਕਲੋਨੀਜ਼ ਖੁੱਸ ਗਈਆਂ। ਇਸ ਲਈ ਯੂਰਪੀ ਰਾਜਾਂ ਦੀ ਜਿਹੜੀ ਪ੍ਰਤਿਸ਼ਠਾ ਸੀ, ਸ਼ਕਤੀ ਸੀ, ਉਸ ਵਿੱਚ ਬਹੁਤ ਕਮੀ ਆਈ। ਦੂਜੇ ਪਾਸੇ USSR ਅਤੇ USA ਦੁਨੀਆ ਦੀਆਂ ਸ਼ਕਤੀਆਂ ਦੇ ਰੂਪ ਦੇ ਵਿੱਚ, ਵੱਡੀਆਂ ਸ਼ਕਤੀਆਂ ਦੇ ਰੂਪ ਦੇ ਵਿੱਚ ਉੱਭਰੇ। ਇਸ ਲਈ 1945 ਤੋਂ ਲੈ ਕੇ 1991 ਤੱਕ ਦੇ ਸਮੇਂ ਨੂੰ ਅਸੀਂ ਟੂ ਪੋਲਰ ਵਰਲਡ ਜਾਂ ਦੋ ਧਰੁਵੀ ਦੁਨੀਆ ਦੇ ਨਾਂ ਨਾਲ ਜਾਣਦੇ ਹਾਂ, ਜਿੱਥੇ ਇੱਕ ਵੱਡੀ ਸ਼ਕਤੀ USA ਸੀ ਅਤੇ ਦੂਸਰੀ ਵੱਡੀ ਸ਼ਕਤੀ USSR ਸੀ। 1991 ਦੇ ਵਿੱਚ USSR ਟੁੱਟ ਗਿਆ। ਉਸ ਦੀਆਂ ਵਿਰਾਸਤੀ ਸਟੇਟਾਂ ਆਰਥਿਕ ਤੌਰ ਤੇ ਕਮਜ਼ੋਰ ਹੋ ਗਈਆਂ, ਆਪਣੇ ਸੈਨਿਕ ਪ੍ਰੋਗਰਾਮ ਵੀ ਜਾਰੀ ਨਹੀਂ ਰੱਖ ਸਕੀਆਂ, ਅਤੇ USA ਇੱਕ ਬਹੁਤ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰਿਆ, ਦੁਨੀਆ ਦੀ ਇੱਕੋ ਇੱਕ ਸੋਲ ਸੁਪਰ ਪਾਵਰ ਦੇ ਰੂਪ ਦੇ ਵਿੱਚ ਉੱਭਰਿਆ। ਇਸ ਲਈ ਜਦੋਂ ਇੱਕ ਹੀ ਸੁਪਰ ਪਾਵਰ ਹੋਵੇ ਤਾਂ ਉਸ ਯੁੱਗ ਨੂੰ ਅਸੀਂ ਇੱਕ ਧਰੁਵੀ ਯੁੱਗ ਕਹਿੰਦੇ ਹਾਂ, ਯੂਨੀਪੋਲਰ ਵਰਲਡ ਕਹਿੰਦੇ ਹਾਂ। ਇਸ ਤਰ੍ਹਾਂ ਸ਼ਕਤੀ ਦਾ ਧਰੁਵੀਕਰਨ ਹੈ ਜੋ ਉਹ ਬਦਲਦਾ ਰਹਿੰਦਾ ਹੈ। ਕਈ ਰਾਜ ਸ਼ਕਤੀਸ਼ਾਲੀ ਹੋਣ ਤਾਂ ਉਸ ਨੂੰ ਅਸੀਂ ਬਹੁ ਧਰੁਵੀ ਵਿਸ਼ਵ ਕਹਿੰਦੇ ਹਾਂ। ਜਦੋਂ 2 ਰਾਜ ਜ਼ਿਆਦਾ ਸ਼ਕਤੀਸ਼ਾਲੀ ਹੋਣ ਉਸ ਨੂੰ ਦੋ ਧਰੁਵੀ ਵਿਸ਼ਵ ਕਹਿੰਦੇ ਹਾਂ, ਅਤੇ ਜਦੋਂ ਇੱਕ ਹੀ ਰਾਜ ਸ਼ਕਤੀਸ਼ਾਲੀ ਹੋਵੇ ਉਸ ਨੂੰ ਅਸੀਂ ਯੂਨੀਪੋਲਰ ਵਰਲਡ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।